ਦੋਸਤੋ, ਜਿਸ ਵਿਸ਼ੇ 'ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਗਰਭਵਤੀ ਔਰਤ ਅਤੇ ਕੋਵਿਡ-19 ਟੀਕਾਕਰਨ। ਗਰਭਵਤੀ ਔਰਤਾਂ ਵਿੱਚ ਆਮ ਔਰਤਾਂ ਨਾਲੋਂ ਕੋਵਿਡ ਦਾ ਖਤਰਾ ਜ਼ਿਆਦਾ ਹੁੰਦਾ ਹੈ। ਅਜਿਹੀਆਂ ਔਰਤਾਂ ਨੂੰ ਹਸਪਤਾਲ ਵਿੱਚ ਵਧੇਰੇ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ ਔਰ ਗਰਭਵਤੀ ਔਰਤਾਂ ਵਿੱਚ ਅਚਨਚੇਤੀ ਜਣੇਪੇ ਦੀ ਸੰਭਾਵਨਾ ਵੀ ਵੱਧ ਹੁੰਦੀ ਹੈ। ਸੋ ਇਸ ਕਰਕੇ ਜਦੋਂ ਜਣੇਪੇ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਤਾਂ ਕਈ ਵਾਰ ਘੱਟ ਭਾਰ ਦਾ ਬੱਚਾ ਪੈਦਾ ਹੁੰਦੇ ਹਨ ਔਰ ਜਿਹੜੇ ਕਿ ਕਈ ਤਰ੍ਹਾਂ ਦੇ ਪੀੜ੍ਹੀਆਂ ਦਾ ਸ਼ਿਕਾਰ ਹੁੰਦੇ ਹਨ। ਗਰਭਵਤੀ ਔਰਤ ਨੂੰ ਟੀਕਾਕਰਨ ਲਗਾਉਣ ਲਈ ਭਾਰਤ ਸਰਕਾਰ ਵੱਲੋਂ 12 ਦੀ ਸਿਫਾਰਿਸ਼ 'ਤੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਵਿੱਚ ਟੀਕਾਕਰਨ ਵੀ ਉਸੇ ਤਰ੍ਹਾਂ ਹੀ ਲਗਾਇਆ ਜਾਂਦਾ ਹੈ ਜਿਵੇਂ ਕਿ ਦੂਸਰੇ ਲੋਕ ਕਰਵਾਉਂਦੇ ਹਨ। ਇੱਕ ਤਰੀਕਾ ਹੈ ਕਿ ਅਸੀਂ ਸਿੱਧੇ ਟੀਕਾਕਰਨ ਕੇਂਦਰ 'ਤੇ ਜਾ ਕੇ ਟੀਕਾਕਰਨ ਕਰਵਾ ਸਕਦੇ ਹਾਂ। ਦੂਸਰਾ ਹੈ ਕਿ ਅਸੀਂ ਆਪਣੀ ਰਜਿਸਟ੍ਰੇਸ਼ਨ ਜਿਹੜੀ ਹੈ ਕੋਵਿਨ ਪੋਰਟਲ 'ਤੇ ਕਰਵਾ ਸਕਦੇ ਹਾਂ ਔਰ ਉਸ ਤੋਂ ਜਿਹੜਾ ਸਮਾਂ ਮਿਲਦਾ ਹੈ ਉਸ ਵਿੱਚ ਅਸੀਂ ਜਾ ਕੇ ਆਪਣਾ ਟੀਕਾਕਰਨ ਕਰਾ ਸਕਦੇ ਹਾਂ। ਇਸ ਦਾ ਫਾਇਦਾ ਇਹ ਹੁੰਦਾ ਹੈ ਕਿ ਅਸੀਂ ਜਿਹੜਾ ਉੱਥੇ ਜਾ ਕੇ ਸਾਨੂੰ ਵੇਟ ਨਹੀਂ ਕਰਨੀ ਪੈਂਦੀ ਔਰ ਜਿਸ ਸਮਾਂ ਸਾਨੂੰ ਮਿਲਿਆ ਹੁੰਦਾ ਉਸ ਵਿੱਚ ਅਸੀਂ ਆਪਣਾ ਟੀਕਾਕਰਨ ਕਰਵਾ ਸਕਦੇ ਹਾਂ। ਸਿਫਾਰਸ਼ਾਂ ਅਨੁਸਾਰ ਗਰਭਵਤੀ ਔਰਤ ਕਿਸੇ ਵੀ ਸਮੇਂ ਆਪਣੇ ਗਰਭ ਦੌਰਾਨ ਟੀਕਾਕਰਨ ਕਰਵਾ ਸਕਦੀ ਹੈ, ਪਰ ਇਸ ਲਈ ਇਹ ਜ਼ਰੂਰੀ ਹੈ ਕਿ ਉਸ ਨੂੰ ਇਸ ਦੇ ਹੋਣ ਵਾਲੇ ਫਾਇਦੇ ਅਤੇ ਮਾਮੂਲੀ ਮਾੜੇ ਪ੍ਰਭਾਵ ਬਾਰੇ ਜ਼ਰੂਰ ਦੱਸਿਆ ਜਾਵੇ ਤਾਂ ਕਿ ਉਹ ਫੈਸਲਾ ਲੈ ਸਕੇ ਆਪਣਾ ਟੀਕਾਕਰਨ ਕਰਵਾਉਣ ਦਾ। ਟੀਕਾ ਲਗਾਉਣ ਤੋਂ ਬਾਅਦ ਜਿਵੇਂ ਕਿ ਦੂਸਰੇ ਲੋਕਾਂ ਵਿੱਚ ਹੁੰਦਾ ਹੈ ਇਸ ਤਰ੍ਹਾਂ ਹਲਕਾ ਬੁਖਾਰ ਹੋ ਸਕਦਾ ਹੈ, ਟੀਕੇ ਵਾਲੀ ਥਾਂ 'ਤੇ ਦਰਦ ਹੋ ਸਕਦੀ ਹੈ ਅਤੇ ਇਹ ਜਿਹੜੇ ਲੱਛਣ ਨੇ ਉਹ 1 ਜਾਂ 3 ਦਿਨਾਂ ਤੋਂ ਬਾਅਦ ਆਪਣੇ ਆਪ ਹੀ ਠੀਕ ਹੋ ਜਾਂਦੇ ਹਨ। ਪਰ ਇੱਕ ਜਿਹੜੀ ਦੁਰਲਭ ਪ੍ਰਤੀਕਿਰਿਆ ਵੇਖਣ ਨੂੰ ਮਿਲਦੀ ਹੈ ਜਾਂ ਰਿਐਕਸ਼ਨ ਦੀ ਗੱਲ ਕਰਦੇ ਹਾਂ ਜਿਹੜੀ ਕਿ 1 ਤੋਂ 5 ਲੱਖ ਵਿੱਚੋਂ ਸਿਰਫ ਇੱਕ ਔਰਤ ਵਿੱਚ ਹੀ ਵੇਖਣ ਨੂੰ ਮਿਲਦੀ ਹੈ, ਉਹ 20 ਦਿਨਾਂ ਦੇ ਵਿੱਚ ਹੁੰਦੀ ਹੈ ਟੀਕਾਕਰਨ ਤੋਂ ਬਾਅਦ। ਸੋ ਇਸ ਲਈ ਅਜਿਹੀ ਗਰਭਵਤੀ ਔਰਤ ਅਤੇ ਉਸਦੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਦੇਣੀ ਜ਼ਰੂਰੀ ਹੈ ਕਿ ਅਗਰ ਟੀਕਾਕਰਨ ਤੋਂ 20 ਦਿਨਾਂ ਦੇ ਵਿੱਚ ਕੋਈ ਅਸਾਧਾਰਨ ਸਥਿਤੀ ਪੈਦਾ ਹੁੰਦੀ ਹੈ ਤਾਂ ਇੱਕਦਮ ਡਾਕਟਰੀ ਸਹਾਇਤਾ ਲਈ ਜਾਵੇ। ਮੰਤਰਾਲੇ ਵੱਲੋਂ ਕੁਝ ਖਾਸ ਲੱਛਣਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਅਗਰ ਇਹ ਲੱਛਣ ਦਿਖਾਈ ਦਿੰਦੇ ਹਨ ਤਾਂ ਜਲਦੀ ਤੋਂ ਜਲਦੀ ਡਾਕਟਰੀ ਸਹਾਇਤਾ ਲੈਣੀ ਜ਼ਰੂਰੀ ਹੋ ਜਾਂਦੀ ਹੈ, ਜਿਵੇਂ ਸਾਹ ਚੜ੍ਹਨਾ, ਛਾਤੀ ਵਿੱਚ ਦਰਦ ਹੋਣਾ, ਸੋਜ ਨਾਲ ਦਰਦ ਪੈਣਾ ਹੋਣਾ, ਟੀਕਾਕਰਨ ਥਾਂ 'ਤੇ ਛੋਟੇ ਛੋਟੇ ਲਾਲ ਨਿਸ਼ਾਨ ਨਜ਼ਰ ਆਉਣਾ, ਦੌਰੇ ਪੈਣਾ, ਉਲਟੀਆਂ ਦੇ ਨਾਲ ਪੇਟ ਦਰਦ ਹੋਣਾ, ਸਰੀਰ ਦੇ ਕਿਸੇ ਖਾਸ ਪਾਸੇ ਕਮਜ਼ੋਰੀ ਮਹਿਸੂਸ ਕਰਨਾ, ਨਜ਼ਰ ਵਿੱਚ ਧੁੰਦਲਾਪਨ ਜਾਂ ਅੱਖਾਂ ਵਿੱਚ ਦਰਦ ਹੋਣਾ। ਸੋ ਅਜਿਹੇ ਕੋਈ ਵੀ ਲੱਛਣ ਜੇ ਦਿਖਾਈ ਦਿੰਦੇ ਨੇ ਤਾਂ ਜਲਦੀ ਤੋਂ ਜਲਦੀ ਡਾਕਟਰੀ ਸਹਾਇਤਾ ਲੈਣੀ ਜ਼ਰੂਰੀ ਹੁੰਦੀ ਹੈ। ਟੀਕਾਕਰਨ ਦੀ ਸਿਫਾਰਿਸ਼ ਉਹਨਾਂ ਔਰਤਾਂ ਵਿੱਚ ਨਹੀਂ ਕੀਤੀ ਜਾਂਦੀ ਜਿਨ੍ਹਾਂ ਵਿੱਚ ਪਹਿਲਾਂ ਹੀ ਐਲਰਜਿਕ ਰਿਐਕਸ਼ਨ ਦਾ ਇਤਿਹਾਸ ਹੋਵੇ, ਟੀਕਾਕਰਨ ਜਾਂ ਕਿਸੇ ਇਸ ਤਰ੍ਹਾਂ ਦੀ ਦਵਾਈ ਦੇ ਕਾਰਨ ਐਲਰਜੀ ਹੋਈ ਹੋਵੇ ਜਾਂ ਕਿਸੇ ਖਾਣ ਪੀਣ ਵਾਲੀਆਂ ਚੀਜ਼ਾਂ ਤੋਂ ਐਲਰਜੀ ਦਾ ਇਤਿਹਾਸ ਹੋਵੇ। ਸੋ ਜੇਕਰ ਕਿਸੇ ਔਰਤ ਨੂੰ ਪਹਿਲਾਂ ਹੀ ਜਿਹੜੀ ਕੋਵਿਡ ਇਨਫੈਕਸ਼ਨ ਹੋ ਚੁੱਕੀ ਹੈ ਤਾਂ ਉਹਨਾਂ ਵਿੱਚ ਟੀਕਾਕਰਨ ਲਈ 12 ਹਫ਼ਤਿਆਂ ਦੇ ਵਿੱਚ ਜੇ ਇਨਫੈਕਸ਼ਨ ਹੋਈ ਹੋਵੇ ਜਾਂ ਉਸਦੇ ਠੀਕ ਹੋਣ ਤੋਂ 4 ਤੋਂ 8 ਹਫ਼ਤਿਆਂ ਤੱਕ ਜਿਹੜਾ ਟੀਕਾਕਰਨ ਹੈ ਉਸ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ ਔਰ ਇਸ ਤੋਂ ਬਾਅਦ ਟੀਕਾ ਕਹਿਣ ਦਾ ਮਤਲਬ ਕਿ ਇਸ ਤੋਂ ਟੀਕਾ ਲਗਾਇਆ ਜਾ ਸਕਦਾ ਹੈ। ਜੇ ਕੋਈ ਔਰਤ ਗਰਭ ਅਵਸਥਾ ਵਿੱਚ ਕੋਵਿਡ-19 ਲਾਗ ਤੋਂ ਪੀੜਤ ਹੁੰਦੀ ਹੈ ਤਾਂ ਉਸ ਨੂੰ ਜਣੇਪੇ ਤੋਂ ਬਾਅਦ ਟੀਕਾ ਲਗਾਉਣਾ ਵੀ ਜ਼ਰੂਰੀ ਹੁੰਦਾ ਹੈ। ਸੋ ਜਿੱਥੇ ਟੀਕਾਕਰਨ ਬਹੁਤ ਜ਼ਰੂਰੀ ਹੈ ਉੱਥੇ ਜਿਹੜੀਆਂ ਇਸ ਨਾਲ ਸੰਬੰਧਿਤ ਮਹੱਤਵਪੂਰਨ ਗੱਲਾਂ ਨੇ ਉਹਨਾਂ ਨੂੰ ਵੀ ਯਾਦ ਰੱਖਣਾ ਜ਼ਰੂਰੀ ਹੈ, ਜਿਵੇਂ ਕਿ ਸਮਾਜਿਕ ਦੂਰੀ ਨੂੰ ਬਣਾ ਕੇ ਰੱਖਣਾ, ਬਾਹਰ ਜਾਣ ਸਮੇਂ ਮਾਸਕ ਪਹਿਨਣਾ, ਹੱਥਾਂ ਨੂੰ ਬਾਰ-ਬਾਰ ਧੋਣਾ। ਸੋ ਜੇ ਅਸੀਂ ਇਹ ਆਦਤਾਂ ਨੂੰ ਅਪਣਾਈਏ ਅਤੇ ਉਸ ਦੇ ਨਾਲ ਹੀ ਟੀਕਾਕਰਨ ਕਰਵਾਈਏ ਤਾਂ ਅਸੀਂ ਇਸ ਭਿਆਨਕ ਬਿਮਾਰੀ ਨੂੰ, ਇਸ ਭਿਆਨਕ ਮਹਾਂਮਾਰੀ ਨੂੰ ਦੁਬਾਰਾ ਫੈਲਣ ਤੋਂ ਰੋਕ ਸਕਦੇ ਹਾਂ। ਬਹੁਤ ਬਹੁਤ ਧੰਨਵਾਦ ਜੀ।